9 खंड विचरन। बाले ने कहा, महाराज गुरु जी इत्थों कुछ दिन उपरंत चल के केतमल खंड विच आ गए। इस खंड के लोग चंडी देवी के उपासक सन। उत्थे कालका दे मंदिर ते उस दिन मेला सी। गुरु जी रस्ते विच बैठ गए। उत्थे मनुक्खां दी बहुत आवाजाही हो रही सी। ਉਹ देवी ਦੇ ਭੇਟਾ ਕਰਨ ਵਾਸਤੇ ਪਸ਼ੂ ਲੈ ਜਾਂਦੇ ਸਨ। ਜਦ ਰਾਜਾ ਆਪਣੇ ਸਾਥੀਆਂ ਨਾਲ ਲੰਘਿਆ ਤਾਂ ਉਸ ਨੇ ਸਾਨੂੰ ਵੇਖ ਕੇ ਆਖਿਆ, ਇਹ ਪਰਦੇਸੀ ਜਾਪਦੇ ਹਨ, ਇਹਨਾਂ ਵਿੱਚੋਂ ਇੱਕ ਫੜ ਕੇ ਦੇਵੀ ਦੀ ਭੇਟਾ ਚੜ੍ਹਾਈਏ। ਇਸ ਤਰ੍ਹਾਂ ਰਾਜੇ ਦੇ ਆਦਮੀ ਮੈਨੂੰ ਫੜ ਕੇ ਲੈ ਤੁਰੇ। ਮੇਰੇ ਪਿੱਛੇ ਢੋਲ ਵੱਜਦੇ ਤੇ ਨਾਚ ਕਰਦੇ ਲੋਕ ਖੁਸ਼ੀਆਂ ਮਨਾਉਂਦੇ ਤੁਰ ਪਏ। ਲੋਕ ਕਹਿੰਦੇ ਕਿ ਇਹ ਭੇਟ ਚੰਗੀ ਲੱਭ ਪਈ ਹੈ, ਹੁਣ ਦੇਵੀ ਬਹੁਤ ਪ੍ਰਸੰਨ ਹੋ ਕੇ ਸਾਨੂੰ ਚੰਗਾ ਵਰ ਦੇਵੇਗੀ। ਗੁਰੂ ਜੀ ਤੇ ਮਰਦਾਨਾ ਵੀ ਮੇਰੇ ਪਿੱਛੇ ਚੰਡਕਾ ਮੰਦਰ ਤੇ ਆ ਗਏ ਤੇ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੇ। ਜਦ ਰਾਜੇ ਨੇ ਕਿਹਾ, ਇਸ ਮਨੁੱਖ ਨੂੰ ਭੇਟਾ ਕਰਕੇ ਦੇਵੀ ਦੀ ਪ੍ਰਸੰਨਤਾ ਲਵੋ, ਤਾਂ ਇੱਕ ਮਨੁੱਖ ਤਲਵਾਰ ਖਿੱਚ ਕੇ ਮੇਰਾ ਸਿਰ ਕੱਟਣ ਲੱਗਾ। ਉਸ ਸਮੇਂ ਕ੍ਰੋਧ ਨਾਲ ਕਾਲਕਾ ਨੇ ਕੜਕ ਕੇ ਉਸ ਆਦਮੀ ਪਾਸੋਂ ਕਿਰਪਾਨ ਖੋਹ ਕੇ ਰਾਜੇ ਦਾ ਸਿਰ ਵੱਢ ਦਿੱਤਾ। ਇਹ ਕੌਤਕ ਵੇਖ ਕੇ ਲੋਕ ਡਰਦੇ ਮਾਰੇ ਭੱਜ ਗਏ। ਉੱਥੇ ਕੋਈ ਨਾ ਰਿਹਾ। ਤਦ ਗੁਰੂ ਜੀ ਨੇ ਚੰਡੀ ਨੂੰ ਆਖਿਆ, ਹੇ ਚੰਡਕਾ, ਰਾਜਾ ਤਾਂ ਤੇਰਾ ਉਪਾਸਕ ਸੀ, ਤੂੰ ਬਾਲੇ ਨੂੰ ਬਚਾ ਕੇ ਰਾਜੇ ਆਪਣੇ ਸੇਵਕ ਨੂੰ ਕਿਉਂ ਮਾਰ ਦਿੱਤਾ ਹੈ? ਰਾਜੇ ਨੇ ਤੈਨੂੰ ਪ੍ਰਸੰਨ ਕਰਨ ਵਾਲੀ ਗੱਲ ਕੀਤੀ ਸੀ, ਪਰ ਤੂੰ ਕਿਉਂ ਉਲਟਾ ਕੰਮ ਕੀਤਾ? ਚੰਡੀ ਬੋਲੀ, ਸ਼੍ਰੀ ਨਾਨਕ ਜੀ ਸੁਣੋ, ਜੋ ਪਰਮੇਸ਼ਰ ਦੇ ਪਿਆਰੇ ਨਾਮ ਸਿਮਰਨ ਵਾਲੇ ਹਨ, ਮੈਂ ਉਹਨਾਂ ਦੀ ਹਰ ਸਮੇਂ ਰੱਖਿਆ ਕਰਦੀ ਹਾਂ। ਮੈਂ ਉਹਨਾਂ ਦੇ ਦੋਖੀਆਂ ਨੂੰ ਮਾਰਦੀ ਹਾਂ, ਇਹ ਮੇਰਾ ਨਿਯਮ ਹੈ। ਇਹ ਆਖ ਕੇ ਦੇਵੀ ਅਲੋਪ ਹੋ ਗਈ। ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਸਿਆਣੇ ਲੋਕ ਇਹ ਵਿਚਾਰ ਕੇ ਕਿ ਇਹ ਜਿਸ ਮਨੁੱਖ ਨੂੰ ਰਾਜਾ ਫੜ ਕੇ ਦੇਵੀ ਭੇਟ ਕਰਨ ਲੱਗਾ ਸੀ, ਉਹ ਕੋਈ ਕਲਾਵਾਨ ਜਾਪਦਾ ਹੈ, ਇਸ ਕਰਕੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਤਦ ਸਾਰੇ ਰਾਜੇ ਦੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਣ ਕੇ ਸਭ ਨੇ ਨਮਸਕਾਰ ਕੀਤੀ। ਰਾਜੇ ਦੇ ਪੁੱਤਰ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਸਾਡੀ ਭੁੱਲ ਬਖਸ਼ ਦਿਓ, ਅਸੀਂ ਤੁਹਾਡਾ ਭੇਦ ਨਹੀਂ ਜਾਣਿਆ, ਸਾਨੂੰ ਆਪਣਾ ਸਿੱਖ ਕਰਕੇ ਅਬੇਦਾਨ ਬਖਸ਼ੋ। ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਸਤਨਾਮ ਜਪੋ ਅਤੇ ਸੰਤਾਂ ਦੀ ਸੇਵਾ ਸ਼ਰਧਾ ਨਾਲ ਕਰਿਆ ਕਰੋ, ਮਨ ਨੀਵਾਂ ਰੱਖੋ, ਇਸ਼ਨਾਨ ਤੇ ਦਾਨ ਕਰਿਆ ਕਰੋ। ਉਪਰੰਤ ਗੁਰੂ ਜੀ ਨੇ ਰਾਜੇ ਦੇ ਪੁੱਤਰ ਨੂੰ ਰਾਜ ਗੱਦੀ ਪਰ ਬਿਠਾ ਕੇ ਉਸ ਦਾ ਨਾਮ ਧਰਮ ਜਸ ਰੱਖਿਆ ਅਤੇ ਧਰਮਸ਼ਾਲਾ ਬਣਵਾ ਕੇ ਸਤ ਸੰਗਤ ਦੀ ਰੀਤ ਸਥਾਪਨ ਕੀਤੀ। ਇੱਥੋਂ ਚੱਲ ਕੇ ਗੁਰੂ ਜੀ ਰਮਕ ਖੰਡ ਵਿੱਚ ਆਣ ਕੇ ਇੱਕ ਨਗਰ ਦੇ ਬਾਹਰ ਬੈਠ ਗਏ। ਕੁਝ ਮਨੁੱਖਾਂ ਨੇ ਆਣ ਕੇ ਆਪ ਜੀ ਨੂੰ ਮੱਥਾ ਟੇਕਿਆ। ਗੁਰੂ ਜੀ ਨੇ ਉਹਨਾਂ ਨੂੰ ਰਾਤ ਦਿਨ ਸਤਨਾਮ ਦਾ ਸਿਮਰਨ ਕਰਨਾ ਅਤੇ ਸੰਤਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਆਖਿਆ ਕਿ ਸਦਾ ਸ਼ੇਰ ਦ੍ਰਿਸ਼ਟੀ ਰੱਖਣੀ, ਕੁੱਤੇ ਵਾਲੀ ਦ੍ਰਿਸ਼ਟੀ ਨਾ ਰੱਖਣੀ। ਇਹ ਸੁਣ ਕੇ ਉਹਨਾਂ ਨੇ ਕਿਹਾ, ਮਹਾਰਾਜ ਸਾਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ, ਚੰਗੀ ਤਰ੍ਹਾਂ ਸਮਝਾਓ। ਤਦ ਗੁਰੂ ਜੀ ਨੇ ਕਿਹਾ ਕਿ ਕੁੱਤੇ ਵਾਲੀ ਦ੍ਰਿਸ਼ਟੀ ਵਿੱਚ ਮਨੁੱਖ ਸਮਝਦਾ ਹੈ ਕਿ ਮੈਨੂੰ ਦੁੱਖ ਸੁੱਖ ਕੋਈ ਆਦਮੀ ਦਿੰਦਾ ਹੈ। ਇਹ ਨਹੀਂ ਸਮਝਦਾ ਕਿ ਦੁੱਖ ਸੁੱਖ ਦੇਣ ਵਾਲਾ ਈਸ਼ਵਰ ਹੈ। ਜਿਵੇਂ ਕੁੱਤੇ ਨੂੰ ਜੇਕਰ ਕੋਈ ਸੋਟਾ ਮਾਰੇ ਤਾਂ ਉਹ ਸੋਟੇ ਨੂੰ ਕੱਟਦਾ ਹੈ ਕਿ ਇਹੀ ਮੈਨੂੰ ਮਾਰਨ ਵਾਲਾ ਹੈ, ਪਰ ਸੋਟਾ ਮਾਰਨ ਵਾਲੇ ਨੂੰ ਕੁੱਤਾ ਕੁਝ ਨਹੀਂ ਕਹਿੰਦਾ। ਸ਼ੇਰ ਦ੍ਰਿਸ਼ਟੀ ਇਹ ਹੈ ਕਿ ਜੋ ਦੁੱਖ ਸੁੱਖ ਹੋਵੇ ਉਸ ਨੂੰ ਪਰਮੇਸ਼ਰ ਵੱਲੋਂ ਸਮਝ ਕੇ ਕਿਸੇ ਪੁਰਸ਼ ਨਾਲ ਰੋਸ ਨਾ ਕਰਨਾ, ਕਿਉਂਕਿ ਸ਼ੇਰ ਨੂੰ ਜੇ ਕੋਈ ਸ਼ਸਤਰ ਮਾਰੇ ਤਾਂ ਉਹ ਸ਼ਸਤਰ ਮਾਰਨ ਵਾਲੇ ਉੱਤੇ ਹੱਲਾ ਕਰਦਾ ਹੈ, ਸ਼ਸਤਰ ਨੂੰ ਕੁਝ ਨਹੀਂ ਕਹਿੰਦਾ। ਸੋ ਦੁੱਖ ਸੁੱਖ ਦੇਣ ਵਾਲਾ ਕਰਤਾਰ ਹੈ, ਹੋਰ ਕਿਸੇ ਤੇ ਰੋਸ ਨਾ ਕਰੋ। ਮਨ ਨੂੰ ਵਾਸਨਾ ਤੋਂ ਰੋਕ ਕੇ ਸਤਨਾਮ ਦਾ ਸਿਮਰਨ ਕਰਿਆ ਕਰੋ, ਤੁਹਾਡਾ ਨਿਸਤਾਰਾ ਹੋ ਜਾਵੇਗਾ। ਕੁਝ ਦਿਨ ਉਪਦੇਸ਼ ਦੁਆਰਾ ਉਹਨਾਂ ਨੂੰ ਨਿਹਾਲ ਕਰਕੇ ਗੁਰੂ ਜੀ ਭੱਦਰਖੰਡ ਵਿੱਚ ਪਹੁੰਚ ਗਏ। ਉੱਥੋਂ ਦੇ ਰਾਜੇ ਨੂੰ ਜਦ ਪਤਾ ਲੱਗਾ ਕਿ ਉਸ ਦੇ ਨਗਰ ਵਿੱਚ ਸੰਤ ਆਏ ਹਨ ਤਾਂ ਉਸ ਨੇ ਆਣ ਕੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ, ਇਹ ਜੋ 4 ਆਸ਼ਰਮ ਸ਼ਾਸਤਰਾਂ ਵਿੱਚ ਲਿਖੇ ਹੋਏ ਹਨ, ਇਹਨਾਂ ਵਿੱਚੋਂ ਕਿਹੜਾ ਚੰਗਾ ਹੈ? ਗੁਰੂ ਜੀ ਨੇ ਕਿਹਾ, ਗ੍ਰਹਿਸਥ ਆਸ਼ਰਮ ਸਭ ਤੋਂ ਚੰਗਾ ਹੈ, ਹੋਰ ਸਾਰੇ ਆਸ਼ਰਮ ਇਸ ਵਿੱਚੋਂ ਹੀ ਨਿਕਲਦੇ ਹਨ। ਇਹ ਸਭ ਦੀ ਪਾਲਣਾ ਕਰਦਾ ਹੈ, ਇਹ ਸਭ ਦਾ ਮੂਲ ਹੈ। ਤੇ ਹੋਰ ਬ੍ਰਹਮਚਰਜ, ਬਾਨ, ਪ੍ਰਸਤ ਤੇ ਸੰਨਿਆਸ ਆਸ਼ਰਮ ਇਸ ਦੀਆਂ ਸ਼ਾਖਾ ਹਨ। ਗ੍ਰਹਿਸਥੀ ਨੂੰ ਚਾਹੀਦਾ ਹੈ ਕਿ ਵੰਡ ਕੇ ਖਾਏ, ਦਾਨ ਕਰੇ, ਕਿਸੇ ਅਭਿਆਗਤ ਨੂੰ ਘਰੋਂ ਖਾਲੀ ਨਾ ਜਾਣ ਦੇਵੇ। ਜਿਸ ਤਰ੍ਹਾਂ ਖੂਹ ਦਾ ਜਲ ਜੇ ਨਿਕਲਦਾ ਨਾ ਰਹੇ ਤਾਂ ਗੰਦਾ ਹੋ ਜਾਂਦਾ ਹੈ, ਜੇ ਨਿਕਲਦਾ ਰਹੇ ਤਾਂ ਸਾਫ਼ ਤੇ ਮਿੱਠਾ ਰਹਿੰਦਾ ਹੈ। ਇਸ ਤਰ੍ਹਾਂ ਗ੍ਰਹਿਸਥ ਵਿੱਚ ਜੋ ਨਾਮ ਜਪਦੇ ਹਨ, ਕਿਰਤ ਕਰਕੇ ਖਾਂਦੇ ਹਨ, ਉਹ ਧਨਤਾ ਯੋਗ ਹਨ।
ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਨੇ ਗੁਰਸਿੱਖੀ ਧਾਰਨ ਕਰਕੇ ਸਤਨਾਮ ਦਾ ਸਿਮਰਨ ਤੇ ਭਗਤੀ ਦੀ ਰੀਤ ਚਲਾਈ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, 8 ਖੰਡ ਤੈਨੂੰ ਵਿਖਾ ਦਿੱਤੇ ਹਨ, ਹੁਣ 9ਵਾਂ ਖੰਡ ਵੀ ਤੈਨੂੰ ਵਿਖਾਉਂਦੇ ਹਾਂ, ਜਿੱਥੇ ਤੇਰਾ ਘਰ ਹੈ। ਮਰਦਾਨੇ ਨੇ ਕਿਹਾ, ਚਲੋ ਮਹਾਰਾਜ ਜੀ, ਛੇਤੀ ਚੱਲੋ, ਉਹ ਵੀ ਵੇਖੀਏ। ਇਤਨੇ ਨੂੰ ਗੁਰੂ ਜੀ ਜੰਮੂ ਸ਼ਹਿਰ ਆ ਗਏ ਅਤੇ ਇੱਕ ਸੁੰਦਰ ਅਸਥਾਨ ਵੇਖ ਕੇ ਬੈਠ ਗਏ। ਗੁਰੂ ਜੀ ਨੇ ਕਿਹਾ, ਭਾਈ ਬਾਲਾ, ਜਾਮਾਵੰਤ ਜੋ ਇੱਕ ਬੜਾ ਰਿਛ ਰੂਪ ਹੈ, ਉਸ ਦਾ ਇੱਥੇ ਇੱਕ ਬੜੀ ਵੱਡੀ ਗੁਫਾ ਵਿੱਚ ਬਹੁਤ ਸਮਾਂ ਨਿਵਾਸ ਰਿਹਾ ਸੀ, ਜਿਸ ਕਰਕੇ ਸ਼ਹਿਰ ਉਸ ਦੇ ਨਾਮ ਤੇ ਪ੍ਰਸਿੱਧ ਹੈ। ਇਸ ਸਮੇਂ ਬਲ ਰਾਜਾ ਛਲਣ ਵਾਸਤੇ 52 ਅਵਤਾਰ ਹੋਇਆ। ਇਸ ਜਾਮਵੰਤ ਨੇ ਇੱਕ ਘੜੀ ਵਿੱਚ ਉਸ ਦੀਆਂ 21 ਪਰਿਕਰਮਾ ਕੀਤੀਆਂ ਸਨ। ਉਪਰੰਤ ਜਦ ਰਾਮਚੰਦਰ ਹੋਏ ਤਾਂ ਇਹ ਉਹਨਾਂ ਨਾਲ ਮਿਲ ਕੇ ਰਾਵਣ ਨਾਲ ਲੜਿਆ ਤੇ ਬਹੁਤ ਸੂਰਮਤਾਈ ਵਿਖਾਈ। ਉਪਰੰਤ ਦੁਆਪਰ ਯੁੱਗ ਵਿੱਚ ਜਦ ਕ੍ਰਿਸ਼ਨ ਜੀ ਮਣੀ ਲੱਭਦੇ ਹੋਏ ਇਸ ਪਾਸ ਗਏ ਤਾਂ ਇਸ ਨਾਲ 28 ਦਿਨ ਯੁੱਧ ਕਰਦੇ ਰਹੇ, ਪਰ ਇਸ ਨੂੰ ਫਤਿਹ ਨਾ ਕਰ ਸਕੇ। ਫਿਰ ਕ੍ਰਿਸ਼ਨ ਜੀ ਨੇ ਰਾਮਚੰਦਰ ਦਾ ਰੂਪ ਧਾਰ ਲਿਆ, ਜਿਸ ਨੂੰ ਵੇਖ ਕੇ ਜਾਮਾਵੰਤ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੀ ਲੜਕੀ ਦੇ ਕੇ ਆਪਣੀ ਭੁੱਲ ਬਖਸ਼ਵਾਈ। ਇਸ ਤਰ੍ਹਾਂ ਜਦ ਗੁਰੂ ਜੀ 2 ਦਿਨ ਇੱਥੇ ਠਹਿਰੇ ਤਾਂ ਇੱਥੋਂ ਦਾ ਰਾਜਾ ਭੇਟਾ ਲੈ ਕੇ ਆਪ ਜੀ ਦੇ ਹਾਜ਼ਰ ਹੋਇਆ ਅਤੇ ਉਪਦੇਸ਼ ਲੈਣ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਰਾਜਾ, ਸਦਾ ਧਰਮ ਦਾ ਨਿਆਂ ਕਰਿਆ ਕਰ, ਕਿਸੇ ਲੋਭ ਲਾਲਚ ਵਿੱਚ ਆਣ ਕੇ ਬੇਇਨਸਾਫੀ ਨਾ ਕਰਨੀ, ਜਗਤ ਨੂੰ ਸੁਪਨਾ ਸਮਝਣਾ, ਸੰਤਾਂ ਦੀ ਸੇਵਾ ਕਰਨੀ ਅਤੇ ਗਰੀਬ ਤੇ ਦਇਆ ਕਰਨੀ। ਇਹ ਉਪਦੇਸ਼ ਕਮਾਵੇਂਗਾ ਤਾਂ 22 ਧਾਰ ਰਾਜਿਆਂ ਦਾ ਮੁਖੀ ਰਾਜਾ ਹੋਵੇਗਾ। ਇੱਥੋਂ ਚੱਲ ਕੇ ਗੁਰੂ ਜੀ ਵਣਜਾਰਿਆਂ ਦੇ ਇੱਕ ਨਗਰ ਆਏ। ਇਸ ਨਗਰ ਦੇ ਮੁੱਖ ਚੌਧਰੀ ਦੇ ਘਰ ਪੁੱਤਰ ਜਨਮਿਆ ਸੀ ਅਤੇ ਉਹ ਬਹੁਤ ਖੁਸ਼ੀਆਂ ਮਨਾ ਰਹੇ ਸਨ। ਮਰਦਾਨੇ ਨੇ ਕਿਹਾ, ਗੁਰੂ ਜੀ, ਇਹ ਲੋਕ ਸਾਰੇ ਪੁੱਤਰ ਜਨਮੇ ਦੀ ਖੁਸ਼ੀ ਵਿੱਚ ਮਸਤ ਹਨ। ਕਿਸੇ ਨੇ ਆਣ ਕੇ ਤੁਹਾਨੂੰ ਨਮਸਕਾਰ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ ਅਤੇ ਕੋਈ ਸਤਿਕਾਰ ਨਹੀਂ ਕੀਤਾ। ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਬਾਲਕ ਆਪਣਾ ਕਰਜ਼ਾ ਲੈਣ ਆਇਆ ਹੈ, ਇਸ ਨੂੰ ਲੈ ਕੇ ਇਹ ਸਵੇਰੇ ਹੀ ਮਰ ਜਾਏਗਾ। ਫਿਰ ਇਹ ਲੋਕ ਬੜਾ ਦੁੱਖ ਕਰਕੇ ਰੋਣਗੇ ਅਤੇ ਵਿਰਲਾਪ ਕਰਨਗੇ। ਇਹ ਬਚਨ ਕਰਕੇ ਗੁਰੂ ਜੀ ਨੇ ਕਿਹਾ, ਮਰਦਾਨਾ, ਰਬਾਬ ਵਜਾਓ। ਮਰਦਾਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ। ਪਹਿਲੇ ਪਹਿਰ ਰਹਿਣ ਕੈ ਵਣਜਾਰਿਆ, ਮਿੱਤਰਾ ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਪੀਤਰ, ਬਾਹੁੜ ਜਾਸੀ ਨਾਗਾ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗਰਭਾਸ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਵਣਜਾਰਿਆ, ਮਿੱਤਰਾ ਜਿਉਂ ਜਸੂਦਾ ਕਰ ਕਾਨ। ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ। ਜਿਨ ਰਚ ਰਚਿਆ ਤਿਸੈ ਨਾ ਜਾਣੇ ਮਨ ਪੀਤਰ ਧਰਤ ਗਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ। ਤੀਜੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤ ਹੀ ਵਣਜਾਰਿਆ, ਮਿੱਤਰਾ ਬਦਾ ਛੂਟੇ ਜਿੱਤ। ਹਰ ਕਾ ਨਾਮ ਨਾ ਚੇਤੇ ਪ੍ਰਾਣੀ, ਬਿਲਕੁਲ ਭਇਆ ਸੰਗ ਮਾਇਆ, ਧਨ ਸਿਉ ਰਤਾ ਜੋਬਨ ਮਤਾ, ਅਹਿਲਾ ਜਨਮ ਗਵਾਇਆ। ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਧਨ ਜੋਬਨ ਸਿਉ ਚਿੱਤ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਲਾਵੀ ਆਇਆ ਖੇਤ, ਜਾ ਜਮ ਪਕੜ ਚਲਾਇਆ ਵਣਜਾਰਿਆ, ਮਿੱਤਰਾ ਕੈਸੇ ਨਾ ਮਿਲਿਆ ਭੇਤ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਹੁਆ ਦੁਆਲੇ, ਖਿਨ ਮਹਿ ਭਇਆ ਪਰਾਇਆ। ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣੀਆਂ ਖੇਤ। ਭਾਵ ਇਹ ਜੀਵ ਹੁਕਮ ਨਾਲ ਹੀ ਗਰਭ ਵਿੱਚ ਆਉਂਦਾ ਹੈ ਤੇ ਹੁਕਮ ਅੰਦਰ ਹੀ ਪਾਪ ਪੁੰਨ ਕਰਮ ਕਰਕੇ ਚਲਿਆ ਜਾਂਦਾ ਹੈ। ਪ੍ਰਾਣੀ ਧਨ ਜੋਬਨ ਨਾਲ ਪ੍ਰੇਮ ਕਰਕੇ ਨਾਮ ਨੂੰ ਵਿਸਾਰ ਦਿੰਦਾ ਹੈ
ਪਰ ਜਦੋਂ ਜੰਮ ਆ ਕੇ ਫੜਦੇ ਹਨ ਤਾਂ ਇਸ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਪਛਤਾਉਂਦਾ ਹੈ। ਜਦ ਰਾਤ ਬੀਤ ਗਈ ਤਾਂ ਸਵੇਰੇ ਬੱਚਾ ਮਰ ਗਿਆ, ਜਿਸ ਨਾਲ ਸਾਰੇ ਨਰ ਨਾਰੀ ਮਿਲ ਕੇ ਬਹੁਤ ਰੋਂਦੇ, ਸਿਰ ਪਿੱਟਦੇ ਤੇ ਵਿਰਲਾਪ ਕਰਦੇ। ਤਦ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ, ਜਿਤ ਮੋਹ ਮਿਲੇ ਮੂੰਹ ਮਾਰਖੀ, ਲੱਖ ਲੱਖ ਮਿਲਨ ਅਸੀਸ, ਸੇ ਮੁਖ ਰੋਂਦੇ ਡਿੱਠ ਮੈਂ, ਮਿਲ ਮਿਲ ਪਿੱਟਨ ਸੀਸ। ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਇਸ ਪ੍ਰਕਾਰ ਬਚਨ ਕਰਕੇ ਗੁਰੂ ਜੀ ਅੱਗੇ ਨੂੰ ਪਧਾਰ ਗਏ। ਦੁਨੀ ਚੰਦ ਨੂੰ ਮਿਲਣਾ ਤੇ ਤਲਵੰਡੀ ਆਉਣਾ। ਬਾਲਾ ਜੀ ਨੇ ਦੱਸਿਆ, ਮਹਾਰਾਜ ਜੰਮੂ ਤੋਂ ਗੁਰੂ ਜੀ ਲਾਹੌਰ ਆ ਗਏ। ਲਾਹੌਰ ਵਿੱਚ ਸ਼ਾਹੂਕਾਰ ਦੁਨੀ ਚੰਦ ਬਾਣੀਆ ਰਹਿੰਦਾ ਸੀ। ਉਸ ਦਿਨ ਉਸ ਦੇ ਪਿਤਾ ਦਾ ਸ਼ਰਾਧ ਸੀ। ਗੁਰੂ ਜੀ ਦਾ ਆਉਣਾ ਸੁਣ ਕੇ ਉਹ ਗੁਰੂ ਜੀ ਨੂੰ ਲੈਣ ਆਇਆ। ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਉਸ ਦੇ ਘਰ ਚਲੇ ਗਏ। ਦੁਨੀ ਚੰਦ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ। ਗੁਰੂ ਜੀ ਨੇ ਪੁੱਛਿਆ, ਅੱਜ ਤੇਰੇ ਘਰ ਕੀ ਕਾਰਨ ਹੈ ਜੋ ਤੂੰ ਇਤਨੇ ਪੁਰਸ਼ਾਂ ਨੂੰ ਭੋਜਨ ਛਕਾਇਆ ਹੈ? ਦੁਨੀ ਚੰਦ ਨੇ ਕਿਹਾ, ਮਹਾਰਾਜ ਅੱਜ ਮੇਰੇ ਪਿਤਾ ਦਾ ਸ਼ਰਾਧ ਹੈ, ਉਸ ਨਿਮਿਤ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਹੈ। ਗੁਰੂ ਜੀ ਨੇ ਪੁੱਛਿਆ, ਤੇਰੇ ਪਿਤਾ ਜੀ ਨੂੰ ਵੀ ਭੋਜਨ ਪ੍ਰਾਪਤ ਹੋਇਆ ਹੈ ਕਿ ਨਹੀਂ? ਦੁਨੀ ਚੰਦ ਨੇ ਕਿਹਾ, ਜੀ ਇਹ ਮੈਂ ਕੁਛ ਨਹੀਂ ਜਾਣ ਸਕਦਾ, ਉਸ ਨੂੰ ਭੋਜਨ ਪਹੁੰਚਾਇਆ ਹੈ ਕਿ ਨਹੀਂ? ਗੁਰੂ ਜੀ ਨੇ ਕਿਹਾ, ਤੇਰੇ ਪਿਤਾ 3 ਦਿਨ ਤੋਂ ਭੁੱਖਾ ਬੈਠਾ ਹੈ, ਉਸ ਨੂੰ ਕੋਈ ਭੋਜਨ ਨਹੀਂ ਪਹੁੰਚਿਆ। ਦੁਨੀ ਚੰਦ ਨੇ ਕਿਹਾ, ਮਹਾਰਾਜ ਮੇਰਾ ਪਿਤਾ ਕਿੱਥੇ ਭੁੱਖਾ ਬੈਠਾ ਹੈ? ਗੁਰੂ ਜੀ ਨੇ ਕਿਹਾ, ਉਹ ਬਘਿਆੜ ਦੀ ਜੂਨ ਵਿੱਚ ਇੱਥੋਂ 5 ਕੋਹਾਂ ਤੇ ਜੰਗਲ ਵਿੱਚ ਬੈਠਾ ਹੈ, ਉਸ ਵਾਸਤੇ ਭੋਜਨ ਲੈ ਜਾਓ। ਜਦ ਤੈਨੂੰ ਵੇਖੇਗਾ ਤਾਂ ਉਹ ਮਨੁੱਖਾ ਦੇਹੀ ਧਾਰਨ ਕਰ ਲਵੇਗਾ। ਦੁਨੀ ਚੰਦ ਇਹ ਗੱਲ ਸੁਣ ਕੇ ਖੀਰ ਦਾ ਭਾਂਡਾ ਭਰ ਕੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਜੀ ਨੇ ਸਮਝਾਇਆ ਸੀ। ਬਘਿਆੜ ਨੂੰ ਝਾੜੀ ਵਿੱਚ ਬੈਠਾ ਵੇਖ ਕੇ ਦੁਨੀ ਚੰਦ ਨੇ ਦੂਰੋਂ ਹੀ ਹੱਥ ਜੋੜ ਕੇ ਉਸ ਨੂੰ ਨਮਸਕਾਰ ਕੀਤੀ। ਤਦ ਦੁਨੀ ਚੰਦ ਦੇ ਦਰਸ਼ਨ ਕਰਕੇ ਬਘਿਆੜ ਦੀ ਦੇਹੀ ਪਲਟ ਕੇ ਤਤਛਿਨ ਹੀ ਮਨੁੱਖ ਦੇਹੀ ਹੋ ਗਈ। ਦੁਨੀ ਚੰਦ ਨੇ ਪੁੱਛਿਆ, ਪਿਤਾ ਜੀ ਤੁਸੀਂ ਤਾਂ ਬੜੇ ਧਰਮਾਤਮਾ ਸੀ, ਸਦਾ ਹੀ ਨੇਕ ਚੰਗੇ ਕਰਮ ਕਰਦੇ ਸੀ, ਫਿਰ ਇਹ ਬਘਿਆੜ ਜੂਨੀ ਤੁਸਾਂ ਕਿਉਂ ਪਾਈ? ਉਸ ਨੇ ਕਿਹਾ, ਜਦ ਮੈਂ ਮਰਨ ਲੱਗਾ ਸੀ ਤਾਂ ਉਸ ਸਮੇਂ ਸਾਡਾ ਗਵਾਂਢੀ ਮੱਛੀ ਦਾ ਮਾਸ ਰਿੰਨ ਰਿਹਾ ਸੀ। ਜਦ ਮੈਨੂੰ ਉਸ ਦੀ ਸੁਗੰਧੀ ਆਈ ਤਾਂ ਮੇਰਾ ਮਾਸ ਖਾਣ ਨੂੰ ਜੀ ਕਰ ਆਇਆ। ਇੰਨੇ ਨੂੰ ਮੇਰੇ ਪ੍ਰਾਣ ਨਿਕਲ ਗਏ ਤੇ ਮੇਰੀ ਮਾਸ ਖਾਣ ਦੀ ਅੰਤਮ ਵਾਸ਼ਨਾ ਅਨੁਸਾਰ ਮੈਂ ਇਹ ਬਘਿਆੜ ਦੀ ਜੂਨੀ ਪਾਈ। ਹੁਣ ਤੂੰ ਇੱਕ ਪੂਰਨ ਪੁਰਸ਼ ਨੂੰ ਦਰਸ਼ਨ ਕਰਕੇ ਪਵਿੱਤਰ ਹੋ ਕੇ ਆਇਆ ਹੈ, ਇਸ ਕਰਕੇ ਤੇਰੇ ਦਰਸ਼ਨ ਕਰਕੇ ਮੇਰੀ ਮਨੁੱਖਾ ਦੇਹੀ ਹੋ ਗਈ ਹੈ। ਇਸ ਤਰ੍ਹਾਂ ਗੱਲ ਕਰਕੇ ਉਸ ਸੁਰਗਾਂ ਨੂੰ ਚਲਿਆ ਗਿਆ ਤੇ ਦੁਨੀ ਚੰਦ ਹੈਰਾਨ ਹੋ ਕੇ ਘਰ ਨੂੰ ਮੁੜ ਆਇਆ। ਗੁਰੂ ਜੀ ਪਾਸ ਆਣ ਕੇ ਦੁਨੀ ਚੰਦ ਨੇ ਸਾਰਾ ਬਿਰਤਾਂਤ ਦੱਸਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਦੱਸੋ। ਉਸ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰਨ ਵਾਸਤੇ ਗੁਰੂ ਜੀ ਨੇ ਕਿਹਾ, ਸਾਡੀ ਇਹ ਇੱਕ ਸੂਈ ਸੰਭਾਲ ਕੇ ਰੱਖੋ, ਇਹ ਅਸੀਂ ਪ੍ਰਲੋਕ ਵਿੱਚ ਤੇਰੇ ਪਾਸੋਂ ਲਵਾਂਗੇ, ਇਹੀ ਸਾਡੀ ਸੇਵਾ ਹੈ। ਸੂਈ ਲੈ ਕੇ ਦੁਨੀ ਚੰਦ ਨੇ ਆਪਣੀ ਇਸਤਰੀ ਨੂੰ ਆਖਿਆ ਕਿ ਇਹ ਸੰਤਾਂ ਨੇ ਦਿੱਤੀ ਹੈ, ਇਸ ਨੂੰ ਸਾਂਭ ਕੇ ਰੱਖ ਛੱਡ, ਅੱਗੇ ਪ੍ਰਲੋਕ ਵਿੱਚ ਜਾ ਕੇ ਜਦੋਂ ਸੰਤ ਮੰਗਣਗੇ ਤਦੋਂ ਦੇਣੀ ਹੈ। ਦੁਨੀ ਚੰਦ ਦੀ ਇਸਤਰੀ ਨੇ ਕਿਹਾ, ਇਸ ਨੂੰ ਅੱਗੇ ਕਿਸ ਤਰ੍ਹਾਂ ਲੈ ਜਾਓਗੇ ਜਦੋਂ ਆਪਣੀ ਦੇਹੀ ਵੀ ਨਾਲ ਨਹੀਂ ਜਾ ਸਕਦੀ? ਦੁਨੀ ਚੰਦ ਵਿਚਾਰ ਕੇ ਗੁਰੂ ਜੀ ਪਾਸ ਆਣ ਕੇ ਕਹਿਣ ਲੱਗਾ, ਮਹਾਰਾਜ ਇਹ ਸੂਈ ਅੱਗੇ ਨਹੀਂ ਜਾ ਸਕਦੀ, ਇਸ ਨੂੰ ਸਾਂਭ ਲਵੋ। ਗੁਰੂ ਜੀ ਨੇ ਕਿਹਾ, ਜੇ ਇਹ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਫਿਰ ਇਹ 7 ਲੱਖ ਰੁਪਈਆ ਜਿਹੜਾ ਪਾਪ ਤੇ ਜ਼ੁਲਮ ਕਰਕੇ ਤੂੰ ਇਕੱਠਾ ਕੀਤਾ ਹੋਇਆ ਹੈ, ਕਿਸ ਤਰ੍ਹਾਂ ਤੇਰੇ ਨਾਲ ਜਾਏਗਾ? ਇਹ ਸਾਰਾ ਇੱਥੇ ਹੀ ਧਰਿਆ ਰਹੇਗਾ ਤੇ ਪਾਪਾਂ ਦਾ ਫਲ ਜੇ ਤੂੰ ਇਸ ਦੇ ਇਕੱਠਾ ਕਰਨ ਵਾਸਤੇ ਕੀਤਾ ਹੈ, ਤੈਨੂੰ ਨਰਕ ਦੇ ਦੁੱਖ ਭੋਗਣੇ ਪੈਣਗੇ। ਇਹ ਬਚਨ ਸੁਣ ਕੇ ਦੁਨੀ ਚੰਦ ਨੇ ਬੇਨਤੀ ਕੀਤੀ, ਮਹਾਰਾਜ ਇਹ ਧਨ ਅੱਗੇ ਨਾਲ ਕਿਸ ਤਰ੍ਹਾਂ ਜਾ ਸਕਦਾ ਹੈ, ਉਹ ਮੈਨੂੰ ਵੀ ਸਮਝਾਓ। ਗੁਰੂ ਜੀ ਨੇ ਕਿਹਾ, ਧਿਆਨ ਨਾਲ ਸੁਣ, ਇਹ ਜੀਵ ਦੇ 3 ਮਿੱਤਰ ਹਨ, ਧਨ, ਪਰਿਵਾਰ ਅਤੇ ਕਰਮ। ਜਦ ਤੱਕ ਸਰੀਰ ਵਿੱਚ ਸਵਾਸ ਰਹਿਣ ਤਦ ਤੱਕ ਹੀ ਧਨ ਮਿੱਤਰ ਹੁੰਦਾ ਹੈ, ਪਿੱਛੋਂ ਇਸ ਨੂੰ ਹੋਰ ਦੂਸਰਾ ਸੰਭਾਲ ਲੈਂਦਾ ਹੈ। ਸਰੀਰ ਦੇ ਸਾੜਨ ਤੱਕ ਇਸ ਦਾ ਪਰਿਵਾਰ ਮਿੱਤਰ ਹੁੰਦਾ ਹੈ, ਜੋ ਦਾਹ ਸੰਸਕਾਰ ਉਪਰੰਤ ਤੀਲਾ ਤੋੜ ਕੇ ਘਰ ਆ ਜਾਂਦਾ ਹੈ, ਅੱਗੇ ਕੋਈ ਨਾਲ ਨਹੀਂ ਜਾਂਦਾ। ਤੀਜੇ ਇਸ ਦੇ ਮਿੱਤਰ ਕਰਮ ਹਨ, ਇਹ ਭਲੇ ਜਾਂ ਬੁਰੇ ਅੰਤ ਤੱਕ ਇਸ ਦੇ ਨਾਲ ਰਹਿੰਦੇ ਹਨ ਅਤੇ ਬੁਰਿਆਈ ਜਾਂ ਭਲਾਈ ਦਾ ਫਲ ਭੁਗਤਾਉਣ ਵਾਸਤੇ ਸਦਾ ਇਸ ਦੇ ਨਾਲ ਰਹਿੰਦੇ ਹਨ।
ਇਸ ਤਰ੍ਹਾਂ ਵਿਚਾਰ ਕਰਕੇ ਧਨ ਨੂੰ ਚੰਗੇ ਨੇਕ ਕਰਮਾਂ ਵਿੱਚ ਖਰਚ ਕਰ, ਜੋ ਅੱਗੇ ਤੇਰੇ ਨਾਲ ਸਹਾਈ ਹੋਣਗੇ। ਇੱਕ ਮਨ ਹੋ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਸਤ ਸੰਗਤ ਨਾਲ ਮਿਲਾਪ ਰੱਖੋ। ਹੋਰ ਸਾਰੇ ਕਲਪਨਾ ਵਾਲੇ ਵਿਕਾਰਾਂ ਦਾ ਤਿਆਗ ਕਰੋ। ਇਹ ਉਪਦੇਸ਼ ਸੁਣ ਕੇ ਦੁਨੀ ਚੰਦ ਨੇ ਸਾਰਾ ਧਨ ਧਰਮ ਅਰਥ ਨੇਕ ਕੰਮਾਂ 'ਤੇ ਖਰਚ ਕੇ ਅਤੇ ਸਤਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਸਦਗਤੀ ਪਾਈ। ਸੁਲਤਾਨਪੁਰ ਬੇਬੇ ਨਾਨਕੀ ਪਾਸ। ਦੁਨੀ ਚੰਦ ਨੂੰ ਨਿਹਾਲ ਕਰਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਸਾਨੂੰ ਭੈਣ ਜੀ ਨੇ ਯਾਦ ਕੀਤਾ ਹੈ, ਚਲੋ ਸੁਲਤਾਨਪੁਰ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਇਸ ਤਰ੍ਹਾਂ ਆਖ ਕੇ ਗੁਰੂ ਜੀ ਇੱਕ ਛਿਨ ਵਿੱਚ ਹੀ ਸੁਲਤਾਨਪੁਰ ਪਹੁੰਚ ਕੇ ਬੇਬੇ ਜੀ ਦੇ ਘਰ ਜਾ ਪਹੁੰਚੇ। ਨਾਨਕੀ ਜੀ ਆਪ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਈ ਅਤੇ ਸਤਿਕਾਰ ਨਾਲ ਆਪ ਜੀ ਨੂੰ ਸੁੰਦਰ ਪਲੰਘ ਉੱਪਰ ਬਿਠਾਇਆ। ਇਤਨੇ ਨੂੰ ਬਾਹਰੋਂ ਜੈ ਰਾਮ ਜੀ ਵੀ ਆ ਗਿਆ ਤੇ ਪਾਸ ਬੈਠ ਕੇ ਸੁੱਖ ਸਾਂਦ ਪੁੱਛ ਕੇ ਆਖਿਆ ਕਿ ਮਹਾਰਾਜ ਜੀ, ਹੁਣ ਇੱਥੇ ਹੀ ਆਪਣੇ ਪਰਿਵਾਰ ਵਿੱਚ ਰਹੋ ਅਤੇ ਇੱਥੇ ਹੀ ਸਤਨਾਮ ਦਾ ਸਿਮਰਨ ਕਰੋ ਅਤੇ ਸਾਨੂੰ ਖੁਸ਼ੀਆਂ ਦਿੰਦੇ ਰਹੋ। ਇਤਨੇ ਨੂੰ ਸ੍ਰੀ ਚੰਦ ਜੀ ਵੀ ਬਾਹਰੋਂ ਆ ਗਏ। ਗੁਰੂ ਪਿਤਾ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਪਾਸ ਹੀ ਬੈਠ ਗਏ ਅਤੇ ਗੱਲਾਂ ਬਾਤਾਂ ਕਰਕੇ ਬਹੁਤ ਪ੍ਰਸੰਨ ਹੋਏ। ਇੱਥੇ ਇੱਕ ਰਾਤ ਵਿਸਰਾਮ ਕਰਕੇ ਗੁਰੂ ਜੀ ਤਲਵੰਡੀ ਮਾਤਾ ਪਿਤਾ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਏ ਅਤੇ ਨਗਰ ਦੇ ਬਾਹਰ ਹੀ ਦੂਰ ਇੱਕ ਖੂਹ ਉੱਤੇ ਰਮਣੀਕ ਛਾਂ ਵਾਲੀ ਜਗ੍ਹਾ ਵੇਖ ਕੇ ਡੇਰਾ ਲਾ ਕੇ ਬੈਠ ਗਏ। ਜਦ ਇੱਥੇ ਬੈਠਿਆਂ ਨੂੰ 2 ਘੜੀਆਂ ਹੋ ਗਈਆਂ ਤਾਂ ਮਰਦਾਨੇ ਨੇ ਕਿਹਾ, ਮਹਾਰਾਜ ਜੀ, ਮੈਨੂੰ ਆਗਿਆ ਦਿਓ ਤਾਂ ਮੈਂ ਆਪਣੇ ਕੁਟੁੰਬ ਨੂੰ ਮਿਲ ਆਵਾਂ। ਗੁਰੂ ਜੀ ਨੇ ਕਿਹਾ, ਜਾ ਆਪਣੇ ਪਰਿਵਾਰ ਨੂੰ ਮਿਲ ਕੇ ਛੇਤੀ ਆਉਣਾ, ਪਰ ਸਾਡੇ ਮਾਤਾ ਪਿਤਾ ਨੂੰ ਸਾਡੇ ਆਉਣ ਦੀ ਖਬਰ ਨਾ ਦੇਈ। ਤਦ ਮਰਦਾਨੇ ਨੇ ਕਿਹਾ, ਮਹਾਰਾਜ ਜੀ, ਬੜੇ ਚਿਰ ਪਿੱਛੋਂ ਘਰ ਚੱਲਿਆ ਹਾਂ, ਖਾਲੀ ਹੱਥ ਕਿਸ ਤਰ੍ਹਾਂ ਜਾਵਾਂ। ਗੁਰੂ ਜੀ ਨੇ ਕਿਹਾ, ਇੱਥੋਂ ਰੋੜਾਂ ਦੀ ਮੁੱਠ ਭਰ ਕੇ ਪੱਲੇ ਬੰਨ੍ਹ ਲੈ ਅਤੇ ਘਰ ਜਾ ਕੇ ਉਸ ਨੂੰ ਖੋਲ੍ਹਣਾ। ਜੋ ਕੁਛ ਤੇਰੀ ਇੱਛਾ ਹੋਵੇਗੀ ਸੋਈ ਮਿਲ ਜਾਏਗਾ। ਆਗਿਆ ਅਨੁਸਾਰ ਮਰਦਾਨਾ ਰੋੜਾਂ ਦੀ ਮੁੱਠ ਪੱਲੇ ਬੰਨ੍ਹ ਕੇ ਘਰ ਲੈ ਗਿਆ। ਜਦ ਉਸ ਨੇ ਪਰਿਵਾਰ ਵਿੱਚ ਬੈਠ ਕੇ ਗੰਢ ਖੋਲ੍ਹੀ ਤਾਂ ਸਾਰੇ ਰੋੜ ਸੋਨੇ ਦੇ ਹੋ ਗਏ। ਇਹ ਵੇਖ ਕੇ ਮਰਦਾਨਾ ਬੜਾ ਖੁਸ਼ ਹੋਇਆ। ਪਿੰਡ ਦੇ ਲੋਕਾਂ ਨੇ ਜਦ ਸੁਣਿਆ ਕਿ ਗੁਰੂ ਨਾਨਕ ਜੀ ਦਾ ਸੰਗੀ ਮਰਦਾਨਾ ਘਰ ਆਇਆ ਹੈ ਤਾਂ ਬਹੁਤ ਸਾਰੇ ਲੋਕ ਉਸ ਨੂੰ ਵੇਖਣ ਆ ਗਏ। ਮਰਦਾਨਾ ਉਹਨਾਂ ਨੂੰ ਬੜੇ ਪਿਆਰ ਨਾਲ ਮਿਲਿਆ। ਲੋਕ ਕਹਿਣ ਕਿ ਨਾਨਕ ਜੀ ਦੇ ਨਾਲ ਰਹਿਣ ਕਰਕੇ ਇਸ ਦਾ ਸੁਭਾਅ ਚੰਗਾ ਹੋ ਗਿਆ ਹੈ। ਮਾਤਾ ਪਿਤਾ ਨੂੰ ਮਿਲਣਾ। ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਜੀ ਮਹਾਰਾਜ, ਮਰਦਾਨਾ ਆਪਣੇ ਘਰ 2 ਘੜੀ ਮਿਲ ਕੇ ਬਾਬਾ ਕਾਲੂ ਜੀ ਦੇ ਘਰ ਚਲਿਆ ਗਿਆ। ਮਾਤਾ ਤ੍ਰਿਪਤਾ ਜੀ ਮਰਦਾਨੇ ਨੂੰ ਵੇਖ ਕੇ ਬੜੀ ਖੁਸ਼ ਹੋਈ ਅਤੇ ਪੁੱਛਣ ਲੱਗੀ ਕਿ ਮੇਰਾ ਪੁੱਤਰ ਨਾਨਕ ਜੀ ਕਿੱਥੇ ਹੈ। ਇੰਨੇ ਨੂੰ ਹੋਰ ਆਂਢੀ ਗੁਆਂਢੀ ਵੀ ਆ ਗਏ ਤੇ ਉਹ ਵੀ ਇਹੀ ਪੁੱਛਣ ਲੱਗੇ ਕਿ ਨਾਨਕ ਜੀ ਕਿੱਥੇ ਹਨ। ਪਰ ਮਰਦਾਨੇ ਨੇ ਗੱਲਾਂ ਪਾ ਛੱਡੀਆਂ ਤੇ ਕਿਸੇ ਨੂੰ ਨਾ ਦੱਸਿਆ ਕਿ ਗੁਰੂ ਨਾਨਕ ਜੀ ਕਿੱਥੇ ਹਨ। ਉਪਰੰਤ ਗੱਲਾਂ ਬਾਤਾਂ ਘੜੀ 2 ਘੜੀਆਂ ਕਰਕੇ ਮਰਦਾਨਾ ਉੱਠ ਕੇ ਤੁਰ ਪਿਆ। ਜਿਸ ਤੋਂ ਮਾਤਾ ਜੀ ਨੇ ਸਮਝ ਲਿਆ ਕਿ ਮੇਰਾ ਪੁੱਤਰ ਵੀ ਇੱਥੇ ਜ਼ਰੂਰ ਆਇਆ ਹੋਵੇਗਾ, ਕਿਉਂਕਿ ਇਹ ਕਈ ਬਰਸਾਂ ਪਿੱਛੋਂ ਆਇਆ ਹੈ ਤੇ ਇੱਕ ਦਿਨ ਵੀ ਘਰ ਨਹੀਂ ਠਹਿਰਿਆ, ਛੇਤੀ ਹੀ ਉੱਠ ਤੁਰਿਆ ਹੈ। ਇਹ ਵਿਚਾਰ ਕੇ ਮਾਤਾ ਜੀ ਤੇ ਕੁਝ ਹੋਰ ਲੋਕ ਵੀ ਮਰਦਾਨੇ ਦੇ ਪਿੱਛੇ ਲੱਗ ਕੇ ਤੁਰ ਪਏ। ਜਦ ਗੁਰੂ ਜੀ ਦੇ ਨੇੜੇ ਪਹੁੰਚ ਗਏ ਤਾਂ ਗੁਰੂ ਜੀ ਮਾਤਾ ਜੀ ਨੂੰ ਆਉਂਦਿਆਂ ਵੇਖ ਕੇ ਉੱਠ ਕੇ ਖੜੇ ਹੋ ਗਏ ਅਤੇ ਅੱਗੇ ਹੋ ਕੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਮਾਤਾ ਜੀ ਨੇ ਗਲਵੱਕੜੀ ਵਿੱਚ ਲੈ ਕੇ ਗੁਰੂ ਜੀ ਨਾਲ ਬਹੁਤ ਪਿਆਰ ਕੀਤਾ, ਸਿਰ ਮੂੰਹ ਚੁੰਮਿਆ ਅਤੇ ਵਿਰਾਗ ਨਾਲ ਰੋਣ ਲੱਗ ਪਈ। ਗੁਰੂ ਜੀ ਨੇ ਸਤਿਕਾਰ ਨਾਲ ਬਿਰਧ ਮਾਤਾ ਜੀ ਨੂੰ ਪਾਸ ਬਿਠਾ ਕੇ ਸਰੀਰਕ ਸੁੱਖ ਸਾਂਦ ਪੁੱਛੀ। ਇੱਧਰ ਜਦ ਕਾਲੂ ਜੀ ਨੂੰ ਪਤਾ ਲੱਗਾ, ਉਹ ਵੀ ਝਟਪਟ ਗੁਰੂ ਜੀ ਪਾਸ ਪਹੁੰਚ ਗਏ। ਗੁਰੂ ਜੀ ਨੇ ਪਿਤਾ ਜੀ ਦੇ ਚਰਨਾਂ 'ਤੇ ਉੱਠ ਕੇ ਮੱਥਾ ਟੇਕਿਆ ਅਤੇ ਸਤਿਕਾਰ ਕਰਕੇ ਆਪਣੇ ਪਾਸ ਬਿਠਾ ਲਿਆ। ਇਤਨੇ ਨੂੰ ਹੋਰ ਵੀ ਬਹੁਤ ਲੋਕ ਆ ਗਏ ਅਤੇ ਗੁਰੂ ਜੀ ਦੇ ਚੌਫੇਰੇ ਬੈਠ ਗਏ। ਇੱਕ ਘੜੀ ਪਰਯੰਤ ਸਾਰੇ ਚੁੱਪਚਾਪ ਹੈਰਾਨ ਹੋਏ, ਗੁਰੂ ਜੀ ਨੂੰ ਬੈਠੇ ਵੇਖਦੇ ਰਹੇ। ਉਪਰੰਤ ਮਾਤਾ ਜੀ ਨੇ ਕਿਹਾ, ਪੁੱਤਰ, ਮੈਂ ਰਾਤ ਦਿਨ ਤੇਰੇ ਵਿਛੋੜੇ ਕਰਕੇ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ। ਤੂੰ ਆਣ ਕੇ ਮੇਰੀ ਚਿੰਤਾ ਮਿਟਾ ਦਿੱਤੀ ਹੈ। ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ, ਉਹ ਵੀ ਘਰ-ਬਾਰ ਛੱਡ ਕੇ ਫਕੀਰੀ ਧਾਰਨ ਕਰ ਬੈਠਾ ਹੈ। ਅਸੀਂ ਤਰਸਦੇ ਰਹਿੰਦੇ ਹਾਂ ਕਿ ਤੇਰਾ ਸਾਨੂੰ ਕਦੋਂ ਦਰਸ਼ਨ ਹੋਵੇ। ਹੁਣ ਕਈ ਵਰਿਆਂ ਪਿੱਛੋਂ ਤੂੰ ਆਇਆ ਹੈ, ਮੈਨੂੰ ਤੇਰੇ ਆਉਣ ਦੀ ਬੜੀ ਖੁਸ਼ੀ ਹੋਈ ਹੈ। ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਰਾਗ ਵੱਡ ਹੰਸ ਮਹੱਲਾ ਪਹਿਲਾ ਘਰ ਪਹਿਲਾ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋਰ ਅਤੇ ਸਹਿ ਆਪਣੇ,
ਤਿਨ ਭਾਵੇ ਸਭ ਕੋਏ। ਹਉ ਵਾਰੀ ਵੰਜਾ ਖੰਨੀਏ ਵੰਜਾ ਤੋਂ ਸਾਹਿਬ ਕੇ ਨਾਵੇਂ ਰਹਾਓ। ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ। ਜਿਨ ਪੀਆ ਤੇ ਤ੍ਰਿਪਤ ਪਏ ਹਉ ਤਿਨ ਬਲਹਾਰੇ ਜਾਓ। ਮੈਂ ਕੀ ਨਦਰ ਨਾ ਆਵਹੀ ਵਸੈ ਹੰਬੀਆਂ ਨਾਲ। ਤਿੱਖਾ ਤਿਹਾਇਆ ਕਿਉਂ ਲਹੇ ਜਾ ਸਰ ਪੀਤਰ ਪਾਲ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਮਨ ਤੇ ਤੋਖਾ ਨਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ। ਉਪਰੰਤ ਮਾਤਾ ਜੀ ਨੇ ਆਪ ਜੀ ਨੂੰ ਭੋਜਨ ਛਕਣ ਵਾਸਤੇ ਆਖਿਆ। ਗੁਰੂ ਜੀ ਨੇ ਕਿਹਾ, ਮਾਤਾ ਜੀ ਅਸੀਂ ਸਦਾ ਹੀ ਤ੍ਰਿਪਤ ਰਹਿੰਦੇ ਹਾਂ, ਸਾਨੂੰ ਭੋਜਨ ਦੀ ਭੁੱਖ ਨਹੀਂ ਹੈ। ਅਸਾਂ ਇੱਕ ਵਾਰ ਹੀ ਐਸਾ ਭੋਜਨ ਛਕਿਆ ਹੈ, ਜੇ ਇਸ ਨਾਲ ਫਿਰ ਭੁੱਖ ਹੀ ਨਹੀਂ ਲੱਗਦੀ। ਫਿਰ ਕਾਲੂ ਜੀ ਨੇ ਕਿਹਾ, ਪੁੱਤਰ ਤੁਸਾਂ ਕੀ ਖਾਧਾ ਹੈ, ਜੇ ਇਸ ਨਾਲ ਹੋਰ ਖਾਣ ਦੀ ਭੁੱਖ ਹੀ ਨਹੀਂ ਰਹੀ। ਤਦ ਗੁਰੂ ਜੀ ਬੋਲੇ, ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨੀਏ ਸੁਣੀਏ ਸਾਲੋਣੇ। ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਛਤੀ ਹੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਤ ਖਾਦੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ ਰਹਾਓ। ਭਾਵ ਪ੍ਰਭੂ ਨਾਮ ਨੂੰ ਮੰਨਣਾ ਮਿੱਠੇ ਖਾਣੇ ਹਨ, ਸੁਣਨਾ ਸਲੂਣੇ ਹਨ ਅਤੇ ਪ੍ਰਭੂ ਦੀ ਉਸਤਤ ਕਰਨੀ ਤੁਰਸ਼ ਭੋਜਨ ਹਨ। ਹਿਰਦੇ ਵਿੱਚ ਧਾਰਨਾ ਮਸਾਲੇ ਹਨ। ਪਰਮਾਤਮਾ ਦਾ ਪ੍ਰੇਮ 36 ਹੀ ਪ੍ਰਕਾਰ ਦੇ ਭੋਜਨ ਹਨ। ਇਸ ਤੋਂ ਬਿਨਾਂ ਹੋਰ ਖਾਣੇ ਜਿਨ੍ਹਾਂ ਨਾਲ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ, ਉਹ ਖੁਆਰੀ ਦਾ ਕਾਰਨ ਹਨ। ਫਿਰ ਮਾਤਾ ਜੀ ਨੇ ਕਿਹਾ, ਫਕੀਰੀ ਵੇਸ਼ ਛੱਡ ਕੇ ਚੰਗੇ ਬਸਤਰ ਪਹਿਨੋ। ਇਹ ਫਕੀਰੀ ਬਾਣਾ ਚੰਗਾ ਨਹੀਂ ਲੱਗਦਾ। ਗੁਰੂ ਜੀ ਨੇ ਕਿਹਾ, ਅਸੀਂ ਤਾਂ ਸਦਾ ਹੀ ਚੰਗੇ ਸੋਹਣੇ ਬਸਤਰ ਪਹਿਨਦੇ ਹਾਂ। ਪਿਤਾ ਕਾਲੂ ਜੀ ਨੇ ਕਿਹਾ, ਉਹ ਕਦੋਂ? ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਰਤਾ ਪਹਿਨਣ ਮਨ ਰਤਾ ਸੁਪੇਦੀ ਸਤਦਾਨ। ਨੀਲੀ ਸਿਹਾਈ ਕਦਾ ਕਰਨੀ ਪਹਿਰਣ ਪੈਰ ਧਿਆਨ। ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਜਿਤ ਪਹਿਨਦੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ ਰਹਾਓ। ਅਰਥਾਤ ਲਾਲ ਕੱਪੜੇ ਇਹ ਹਨ ਕਿ ਸਾਡਾ ਮਨ ਨਾਮ ਵਿੱਚ ਰੰਗਿਆ ਹੋਇਆ ਹੈ। ਚਿੱਟੇ ਕੱਪੜੇ ਸੱਚ ਬੋਲਣਾ ਹੈ। ਨੀਲਾ ਰੰਗ ਪਹਿਨਣਾ ਮਨ ਦੀਆਂ ਬੁਰਾਈਆਂ ਦੂਰ ਕਰਨੀਆਂ ਹਨ। ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਇਹ ਸਾਡਾ ਚੋਲਾ ਹੈ। ਸੰਤੋਖ ਦਾ ਕਮਰਬੰਦ ਹੈ। ਧਨ ਤੇ ਜਵਾਨੀ ਪ੍ਰਭੂ ਦਾ ਨਾਮ ਹੈ। ਹੇ ਪਿਤਾ ਜੀ, ਇਸ ਤੋਂ ਬਿਨਾਂ ਹੋਰ ਕੁਝ ਪਹਿਨਣਾ ਹੈ, ਉਹ ਖੁਆਰ ਕਰਨ ਵਾਲੀਆਂ ਖੁਸ਼ੀਆਂ ਹਨ, ਜਿਸ ਦੇ ਪਹਿਨਣ ਨਾਲ ਸਰੀਰ ਨੂੰ ਦੁੱਖ ਰੋਗ ਉਤਪੰਨ ਹੋ ਜਾਂਦੇ ਹਨ ਅਤੇ ਮਨ ਵਿੱਚ ਵਿਕਾਰਾਂ ਦੀ ਲਹਿਰ ਚੱਲ ਪੈਂਦੀ ਹੈ। ਬਾਬਾ ਕਾਲੂ ਜੀ ਨੇ ਕਿਹਾ, ਇਹ ਕਮਲੀਆਂ ਗੱਲਾਂ ਛੱਡ ਕੇ ਘਰ ਚੱਲੋ। ਬਹੁਤ ਸੈਰ ਕਰ ਲਈ ਹੈ, ਮੈਂ ਘੋੜਾ ਲੈ ਦਿੰਦਾ ਹਾਂ, ਉਸ ਉੱਤੇ ਚੜ੍ਹ ਕੇ ਆਪਣਾ ਬਾਹਰ ਅੰਦਰ ਦਾ ਕੰਮ ਕਰਿਆ ਕਰਨਾ। ਗੁਰੂ ਜੀ ਨੇ ਕਿਹਾ, ਪਿਤਾ ਜੀ ਸਾਡੇ ਪਾਸ ਤਾਂ ਸਦਾ ਹੀ ਇੱਕ ਸੁੰਦਰ ਘੋੜਾ ਰਹਿੰਦਾ ਹੈ, ਅਸਾਂ ਹੋਰ ਘੋੜਾ ਕੀ ਕਰਨਾ ਹੈ। ਕਾਲੂ ਜੀ ਨੇ ਕਿਹਾ, ਤੁਹਾਡੇ ਪਾਸ ਕਿਹੜਾ ਘੋੜਾ ਹੈ? ਤਦ ਗੁਰੂ ਜੀ ਨੇ ਸ਼ਬਦ ਦਾ ਤੀਜਾ ਪਦ ਉਚਾਰਨ ਕੀਤਾ, ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਵਾਟ। ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ। ਜਿਤ ਚੜੀਏ ਤਨ ਪੀੜੀਏ ਮਨ ਮਹਿ ਚਲਹਿ ਵਿਕਾਰ ਰਹਾਓ। ਅਰਥਾਤ ਘੋੜੇ ਦੀ ਸੋਨੇ ਦੀ ਕਾਠੀ ਤੇ ਪੂੰਜੀ ਵਾਹਿਗੁਰੂ ਨਾਮ ਦਾ ਸਮਝਣਾ ਹੈ। ਤੀਰਾਂ ਦਾ ਪੱਥਾ, ਕਮਾਨ ਤੇ ਨੇਜਾ ਅਤੇ ਤਲਵਾਰ ਇਹ ਗੁਣ ਗ੍ਰਹਿਣ ਕਰਨ ਦੇ ਹਨ। ਵਾਜਾ ਨੇਜਾ ਪਰਮਾਤਮਾ ਨਾਲ ਜੁੜਨਾ ਹੈ ਅਤੇ ਵਾਹਿਗੁਰੂ ਦੀ ਬਖਸ਼ਿਸ਼ ਮੇਰੀ ਜਾਤ ਹੈ। ਹੋਰ ਘੋੜੇ ਉੱਤੇ ਚੜ੍ਹਨਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ, ਜਿਸ ਉੱਤੇ ਚੜ੍ਹਨ ਨਾਲ ਸਰੀਰ ਨੂੰ ਦੁੱਖ ਪਹੁੰਚਦਾ ਹੈ ਅਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਇਹ ਉੱਤਰ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਗਏ, ਪਰ ਮਾਤਾ ਤ੍ਰਿਪਤਾ ਜੀ ਪਿਆਰ ਨਾਲ ਬੋਲੇ, ਪੁੱਤਰ ਤੇਰੇ ਮਨ ਵਿੱਚ ਕਿਸੇ ਦਾ ਮੋਹ ਨਹੀਂ ਹੈ, ਚੱਲ ਘਰ ਟੱਬਰ ਨੂੰ ਮਿਲ, ਤੇਰਾ ਕਿਸੇ ਨਾਲ ਗੱਲਬਾਤ ਕਰਕੇ ਮੋਹ ਪਵੇ। ਹੁਣ ਅਸਾਂ ਘਰ ਵੀ ਬਹੁਤ ਸੁੰਦਰ ਬਣਵਾਇਆ ਹੈ, ਇਹ ਤੇਰੇ ਵਾਸਤੇ ਬਣਵਾਇਆ ਹੈ, ਤੂੰ ਚੱਲ ਕੇ ਉਸ ਦਾ ਸੁੱਖ ਭੋਗ। ਇਸ 'ਤੇ ਗੁਰੂ ਜੀ ਮਾਤਾ ਪ੍ਰਤੀ ਬੋਲੇ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ। ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ।
ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਜਿਤ ਸੁੱਤੇ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। ਰਹਾਉ ਅਰਥਾਤ ਮਾਤਾ ਜੀ ਘਰ ਮੰਦਰ ਇਹ ਨਾਮ ਦੀ ਖੁਸ਼ੀ ਦੇ ਹਨ ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਡਾ ਪਰਿਵਾਰ ਹੈ। ਹੁਕਮ ਕਰਨਾ ਉਹੀ ਚੰਗਾ ਹੈ ਜੋ ਪਰਮਾਤਮਾ ਨੂੰ ਪ੍ਰਵਾਨ ਹੋਵੇ। ਹੋਰ ਆਖਣ ਨੂੰ ਬਹੁਤ ਬੇਅੰਤ ਗੱਲਾਂ ਹਨ। ਸੱਚਾ ਪਰਮਾਤਮਾ ਕਿਸੇ ਨੂੰ ਪੁੱਛ ਕੇ ਜੋ ਕੁਝ ਉਸ ਨੇ ਕਰਨਾ ਹੁੰਦਾ ਹੈ ਉਸ ਦੀ ਵਿਚਾਰ ਨਹੀਂ ਕਰਦਾ। ਉਹ ਆਪਣੇ ਆਪ ਹੀ ਜੋ ਕੁਝ ਕਰਨਾ ਹੋਵੇ ਕਰਦਾ ਹੈ। ਉਹ ਸੌਣਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ। ਜਿਸ ਸੌਣ ਨਾਲ ਸਰੀਰ ਨੂੰ ਦੁੱਖ ਲੱਗ ਜਾਣ ਤੇ ਮਨ ਵਿੱਚ ਵਿਕਾਰ ਚੱਲ ਪੈਣ। ਇਹ ਬਚਨ ਕਰਕੇ ਗੁਰੂ ਜੀ ਨੇ ਮਾਤਾ ਨੂੰ ਕਿਹਾ, ਜੀ ਮੇਰਾ ਅਜੇ ਤੱਕ ਦਿਲ ਉਦਾਸ ਹੈ। ਕੁਝ ਹੋਰ ਦੇਸ਼ਾਂ ਪ੍ਰਦੇਸ਼ਾਂ ਨੂੰ ਵੇਖ ਕੇ ਫੇਰ ਘਰ ਆਵਾਂਗੇ। ਮਾਤਾ ਜੀ ਨੇ ਕਿਹਾ, ਪੁੱਤਰ ਤੇਰੇ ਇਹਨਾਂ ਬਚਨਾਂ ਨਾਲ ਸਾਡਾ ਹਿਰਦਾ ਕਲਪਦਾ ਹੈ। ਅੱਗੇ 12 ਬਰਸਾਂ ਪਿੱਛੋਂ ਆਏ ਹੋ, ਫੇਰ ਵੀ ਘਰ ਪੈਰ ਨਹੀਂ ਪਾਉਂਦੇ। ਤੁਸਾਂ ਘਰ ਦੇ ਕਿਸ ਦੁੱਖ ਕਰਕੇ ਮਨ ਉਦਾਸ ਕੀਤਾ ਹੋਇਆ ਹੈ? ਤੂੰ ਦੱਸ, ਉਹ ਦੁੱਖ ਤੇਰਾ ਦੂਰ ਕਰ ਦੇਈਏ। ਘਰ ਵਿੱਚ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈ। ਜੋ ਤੇਰਾ ਦਿਲ ਕਰੇ ਖਾ ਹੰਢਾ, ਤੈਨੂੰ ਕੋਈ ਮਨਾਹੀ ਨਹੀਂ ਹੈ। ਗੁਰੂ ਜੀ ਬੋਲੇ, ਮਾਤਾ ਜੀ ਘਰ ਰਹਿਣਾ ਜਾਂ ਬਾਹਰ ਜਾਣਾ ਸਾਡੇ ਵੱਸ ਨਹੀਂ। ਇਹ ਪ੍ਰਮਾਤਮਾ ਦੇ ਅਧੀਨ ਹੈ। ਜਿੱਥੇ ਭੇਜੇ ਜਾਂਦੇ ਹਾਂ ਤੇ ਜਿਵੇਂ ਬੁਲਾਵੇ ਬੋਲਦੇ ਹਾਂ। ਫਿਰ ਪਿਆਰ ਨਾਲ ਕਾਲੂ ਜੀ ਨੇ ਕਿਹਾ, ਹੇ ਪੁੱਤਰ ਇਹ ਵਿਅਰਥ ਗੱਲਾਂ ਕਰਨੀਆਂ ਛੱਡ ਦਿਓ। ਫਕੀਰੀ ਬਾਣਾ ਉਤਾਰ ਕੇ ਘਰ ਦੇ ਕੰਮਾਂ ਵੱਲ ਧਿਆਨ ਦਿਓ। ਸਾਡੀ ਅਵਸਥਾ ਬ੍ਰਿਧ ਹੋ ਗਈ ਹੈ। ਜੇ ਤੂੰ ਬਾਹਰ ਚਲਿਆ ਗਿਆ ਤਾਂ ਪਤਾ ਨਹੀਂ ਫੇਰ ਮੇਲ ਹੋਵੇ ਕਿ ਨਾ। ਹੁਣ ਸਾਡਾ ਅੰਤ ਸਮਾਂ ਨੇੜੇ ਹੈ। ਹੁਣ ਤੈਨੂੰ ਬਾਹਰ ਨਹੀਂ ਜਾਣਾ ਚਾਹੀਦਾ। ਗੁਰੂ ਜੀ ਬੋਲੇ, ਮਾਰੂ ਮਹੱਲਾ ਪਹਿਲਾ। ਪਿੱਛੇ ਰਾਤੀ ਸੰਤੜਾ ਨਾਮ ਖਸਮ ਕਾ ਲੇਹ। ਖੇਮੇ ਛਤਰ ਸਰਾਈ ਚੇ ਦਿਸਨ ਰਥ ਪੀੜੇ। ਜਿਨੀ ਤੇਰਾ ਨਾਮ ਤਿਆ ਤਿਨ ਕਿਉ ਸਦ ਮਿਲੇ। ਬਾਬਾ ਮੈਂ ਕਰਮਹੀਣ ਕੂੜਿਆਰ। ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ। ਰਹਾਉ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ। ਸੁਖ ਥੋੜੇ ਦੁੱਖ ਅਗਲੇ ਦੁਖੇ ਦੁਖ ਵਿਹਾਏ। ਵਿਛੜਿਆਂ ਕਾ ਕਿਆ ਵਿਛੜੇ ਮਿਲਿਆਂ ਕਾ ਕਿਆ ਮੇਲ। ਸਾਹਿਬ ਸੋ ਸਾਲਾਹੀਏ ਜਿਨ ਕਰ ਦੇਖਿਆ ਖੇਲ। ਸੰਜੋਗੀ ਮਿਲਾਵੜਾ ਇਨ ਤਨ ਕੀਤੇ ਭੋਗ। ਵਜੋਗੀ ਮਿਲ ਵਿਛੜੇ ਨਾਨਕ ਪੀ ਸੰਜੋਗ। ਭਾਵ ਪਰਮਾਤਮਾ ਦਾ ਨਾਮ ਲਵੋ, ਪਿੱਛੋਂ ਉਸ ਦਾ ਸੱਦਾ ਆਉਣਾ ਹੈ। ਤੰਬੂ ਰੱਥ ਕਨਾਤਾਂ ਤੇ ਜੁੱਤੇ ਹੋਏ ਰੱਥ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਹੜੇ ਨਾਮ ਜਪਦੇ ਹਨ। ਜਿਹੜੇ ਕਰਮਹੀਣ ਹੁੰਦੇ ਹਨ ਉਹ ਨਾਮ ਨਹੀਂ ਜਪਦੇ ਅਤੇ ਅਗਿਆਨ ਪੁਣੇ ਵਿੱਚ ਹੀ ਉਮਰ ਬਤੀਤ ਕਰ ਲੈਂਦੇ ਹਨ। ਜਿਹੜੇ ਸੁੱਖ ਭੋਗੇ ਸਨ ਉਹਨਾਂ ਤੋਂ ਦੁੱਖ ਪ੍ਰਾਪਤ ਹੋਏ ਅਤੇ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ। ਜਿਹੜੇ ਪ੍ਰਮਾਤਮਾ ਨਾਲੋਂ ਵਿਛੜੇ ਹੋਏ ਹਨ ਉਹਨਾਂ ਦਾ ਵਿਛੋੜਾ ਕੀ ਹੈ ਤੇ ਮਿਲਿਆਂ ਦਾ ਮੇਲ ਕੀ ਹੈ। ਭਾਵ ਵਿਛੜੇ ਹੋਏ ਵਿਛੜੇ ਹੀ ਰਹਿੰਦੇ ਹਨ ਤੇ ਮਿਲੇ ਹੋਏ ਮਿਲੇ ਹੀ ਰਹਿੰਦੇ ਹਨ। ਜਿਸ ਮਾਲਕ ਨੇ ਇਹ ਰਚਨਾ ਰਚੀ ਹੈ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ। ਸੰਜੋਗਾਂ ਕਰਕੇ ਹੀ ਉਸ ਨਾਲ ਮੇਲ ਹੁੰਦਾ ਹੈ ਤੇ ਵਿਜੋਗਾਂ ਕਰਕੇ ਹੀ ਵਿਛੋੜਾ। ਇਹ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਰਹੇ, ਪਰ ਮਾਤਾ ਤ੍ਰਿਪਤਾ ਜੀ ਨੇ ਆਖਿਆ, ਬੇਟਾ ਹੱਠ ਨਹੀਂ ਕਰੀਦਾ। ਮੇਰਾ ਆਖਾ ਮੰਨ ਕੇ ਇੱਕ ਵੇਰ ਘਰ ਚੱਲ। ਤੈਨੂੰ ਵੇਖਣ ਦੀ ਮੇਰੀ ਅਜੇ ਰੀਝ ਨਹੀਂ ਲੱਥੀ। ਤੂੰ ਜ਼ਰੂਰ ਘਰ ਚੱਲ। ਮਾਤਾ ਜੀ ਦੇ ਇਸ ਤਰ੍ਹਾਂ ਦੇ ਪ੍ਰੇਮਮਈ ਬਚਨ ਸੁਣ ਕੇ ਗੁਰੂ ਜੀ ਘਰ ਆ ਗਏ। ਤਦ ਚਾਚਾ ਲਾਲੂ ਤੇ ਹੋਰ ਆਂਢ ਗੁਆਂਢ ਵੀ ਆਪ ਜੀ ਨੂੰ ਮਿਲਣ ਵਾਸਤੇ ਆ ਗਏ। ਲੋਕਾਂ ਨੇ ਦੱਸਿਆ, ਮਹਾਰਾਜ ਰਾਏ ਪੁਰੋਹਿਤ ਤੇ ਮੁਲਾਣਾ ਚਲਾਣਾ ਕਰ ਗਏ ਹਨ। ਗੁਰੂ ਜੀ ਨੇ ਕਿਹਾ, ਇਹ ਸੰਸਾਰ ਚਲਦੀ ਸਰਾਂ ਹੈ। ਇੱਥੇ ਆਉਂਦਿਆਂ ਜਾਂਦਿਆਂ ਚਿਰ ਨਹੀਂ ਲੱਗਦਾ। ਇਸ ਕਰਕੇ ਸਤਨਾਮ ਦਾ ਸਿਮਰਨ ਕਰਨਾ ਚਾਹੀਏ। ਜਿਨ੍ਹਾਂ ਦੇ ਮਨ ਵਿੱਚ ਭਗਤੀ ਭਾਵ ਨਾਮ ਸਿਮਰਨ ਹੋਵੇਗਾ ਉਹੀ ਆਪਣਾ ਜਨਮ ਸਫਲਾ ਕਰਕੇ ਜਾਣਗੇ। ਇਹ ਉਪਦੇਸ਼ ਸੁਣ ਕੇ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮੈਨੂੰ ਗੁਰੂ ਜੀ ਨੇ ਆਖਿਆ, ਭਾਈ ਬਾਲਾ ਤੂੰ ਆਪਣੇ ਪਰਿਵਾਰ ਨੂੰ ਮਿਲ ਆ। ਮਿਲ ਕੇ ਛੇਤੀ ਆ ਜਾਵੀਂ। ਉਹਨਾਂ ਦੇ ਮੋਹ ਵਿੱਚ ਨਾ ਫਸ ਜਾਈਂ। ਆਗਿਆ ਅਨੁਸਾਰ ਮੈਂ ਆਪਣੇ ਪਰਿਵਾਰ ਨੂੰ ਮਿਲਣ ਚਲਿਆ ਗਿਆ ਅਤੇ ਮਿਲ ਕੇ ਛੇਤੀ ਹੀ ਵਾਪਸ ਆਣ ਹਾਜ਼ਰ ਹੋਇਆ।